ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਕਹਿ ਕੋਵਿਦ ਬੈਠ ਵਿਚਾਰ ਕਰੇ, ਕਹਿ ਮੂੜ ਭਿਆਨਕ ਰਾਰ ਮਚਾਈ। ਕਹਿ ਰੋਗ ਮਹਾ ਤਨ ਪਾਕ ਬਹੇ, ਕਹਿ ਸੌਰਭ ਸੁੰਦਰ ਦੇਤ ਦਿਖਾਈ। ਕਹਿ ਕੋਵਿਦ ਬੈਠ ਵਿਚਾਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਵ ਰਸਾਮ੍ਰਿਤ ਗ੍ਰੰਥ ਜੋ ਆਪਾਂ ਕੁਝ ਦਿਨਾਂ ਤੋਂ ਪ੍ਰਾਰੰਭ ਕੀਤਾ ਹੈ, ਜਿਹਦੇ 72 ਛੰਦ ਹੋ ਚੁੱਕੇ ਹੈ। ਤੇ ਆਪਾਂ ਜਿਹੜੀ ਬ੍ਰਹਮਾ ਮਾਇਆ ਦਾ ਜੋ ਪੁਤਲਾ ਹੈ, ਮਾਇਕੀ ਬ੍ਰਹਮਾ ਨੇ ਜੋ ਜਗਤ ਦੀ ਰਚਨਾ ਕੀਤੀ ਅਦਭੁਤ, ਕਿ ਕਿਤੇ ਅੰਮ੍ਰਿਤ ਕਿਤੇ ਜ਼ਹਿਰ, ਇਹਦਾ ਗੱਲ ਦਾ ਨਿਰਣਾ ਨਹੀਂ ਹੁੰਦਾ। ਭਾਵ ਅੰਮ੍ਰਿਤ ਵਿੱਚ ਜ਼ਹਿਰ, ਜ਼ਹਿਰ ਵਿੱਚ ਅੰਮ੍ਰਿਤ, ਐਵੇਂ ਹੀ ਹੋਇਆ ਪਿਆ ਹੈ। ਜਿਸ ਪਰਿਵਾਰ ਵਿੱਚ ਖੁਸ਼ੀਆਂ, ਉੱਥੇ ਹੀ ਜਿਹੜੇ ਰੋਣੇ ਧੋਣੇ ਪੈ ਜਾਂਦੇ ਹੈ। ਇਸ ਪ੍ਰਕਾਰ ਜਿਹੜਾ ਹੈ ਖੁਸ਼ੀ ਅੰਮ੍ਰਿਤ, ਗਮੀ ਜ਼ਹਿਰ, ਐਵੇਂ ਮਿਲਾਵਟ ਹੋਈ ਪਈ ਹੈ। ਇਸ ਗੱਲ ਦਾ ਨਿਰਣਾ ਨਹੀਂ ਹੁੰਦਾ ਕਿ ਅੰਮ੍ਰਿਤ ਹੈ ਕਿ ਜਾਂ ਜ਼ਹਿਰ ਹੈ। ਕਵੀ ਸਾਹਿਬ ਜੀ ਸਵਈਏ ਆਪਾਂ ਪਿੱਛੇ ਪੜ੍ਹੇ, ਹੁਣ ਅਗਲਾ ਸਵਈਆ 73 ਸ਼ੁਰੂ ਹੋਣ ਜਾ ਰਿਹਾ ਹੈ। ਸਰਵਣ ਕਰੀਏ। ਸਵਈਆ ਕਹਿ ਕੋਵਿਦ ਬੈਠ ਵਿਚਾਰ ਕਰੇ। ਕਹਿਣ ਦਾ ਅਰਥ ਕਿਤੇ ਇਹ ਹਰ ਥਾਂ ਕਿਤੇ ਲੱਗੇਗਾ। ਇੱਥੇ ਕਿਤੇ ਤੇ ਕੋਵਿਦ ਕਹੀਏ ਵਿਦਵਾਨ ਜਨ ਸੰਗਤ ਵਿੱਚ ਬੈਠ ਕੇ, ਬੈਠ ਵਿਚਾਰ ਕਰੇ। ਬੈਠ ਕੇ ਸਤ ਅਸਤ, ਜੀਵ ਈਸ਼ ਦੀ, ਝੂਠ ਸੱਚ, ਬ੍ਰਹਮ ਪਰਮੇਸ਼ਰ ਦੀ ਵਿਚਾਰ ਕਰੇ। ਵਿਚਾਰ ਕਰੇ ਕਰ ਰਹੇ ਹਨ ਜਾਂ ਕਰਦੇ ਹੈ, ਕਰ ਰਹੇ ਹੈ ਸੰਸਾਰ ਦੇ ਵਿੱਚ। ਕਹਿ ਮੂੜ ਭਿਆਨਕ ਰਾਰ ਮਚਾਈ। ਕਹਿ ਗਈ ਕਿਤੇ ਮੂੜ ਮੂਰਖਾਂ ਨੇ, ਮੂਰਖ ਇਕੱਠੇ ਹੋਏ ਪਏ। ਭਿਆਨਕ ਬੜੀ ਡਰਾਉਣੀ ਖਤਰਨਾਕ ਰਾਰ ਲੜਾਈ ਮਚਾਈ ਸ਼ੁਰੂ ਕੀਤੀ ਹੈ। ਡੰਡ ਰੌਲੀ, ਰੌਲਾ ਰੱਪਾ, ਚੀਕ ਚਿਹਾੜਾ ਪਾਇਆ ਹੋਇਆ ਹੈ। ਕਹਿ ਰੋਗ ਮਹਾਂ ਤਨ ਪਾਕ ਬਹੇ। ਕਿਤੇ ਤੇ ਮਹਾਂ ਬਹੁਤ ਵੱਡੇ ਜਿਹੜੇ ਰੋਗੀ ਲੋਕ, ਕੋੜ੍ਹ ਆਦਿਕ ਜਿਨ੍ਹਾਂ ਨੂੰ ਹੋਇਆ, ਤੇ ਉਹਨਾਂ ਦੇ ਰੋਗ ਕਰਕੇ ਤਨ ਸਰੀਰ ਦੇ ਵਿੱਚੋਂ ਪਾਕ ਬਹੇ, ਪੀਕ ਰੇਸ਼ਾ ਬਹੇ ਬਹਿ ਰਿਹਾ ਹੈ, ਪੀਕ ਬਹਿ ਰਹੀ ਹੈ। ਕਹਿ ਸੌਰਭ ਸੁੰਦਰ ਦੇਤ ਦਿਖਾਈ। ਅਤੇ ਕਿਤੇ ਸੌਰਭ ਸੁਗੰਧੀ ਦੇ ਨਾਲ ਭਰੀ ਹੋਈ ਬਹੁਤ ਹੀ ਜਿਹੜੀ ਸੁੰਦਰ ਕਹੀਏ ਸੋਹਣੀ ਰਚਨਾ ਦੇਤ ਦਿਖਾਈ, ਦਿਖਾਈ ਦੇ ਰਹੀ ਹੈ। ਦੇਤ ਦਾ ਅਰਥ ਦੇ, ਦਿਖਾਈ ਦਾ ਅਰਥ ਦਿਖਾਈ ਹੀ ਦੇ ਰਹੀ ਹੈ। ਭਾਵ ਕਿਤੇ ਤੇ ਰੋਗੀ ਲੋਕ ਬਹੁਤ ਰੋਗ ਦੇ ਨਾਲ ਗ੍ਰਸੇ, ਕੋੜ੍ਹੀ, ਉਹਨਾਂ ਦੇ ਸਰੀਰ ਕੋੜ੍ਹ ਨਾਲ ਭਰੇ ਹੋਏ ਤੇ ਪਾਕ ਬਹਿ, ਪੀਕ ਰੇਸ਼ਾ ਬਹਿ ਰਿਹਾ ਹੈ। ਕਹਿ ਸੌਰਭ ਸੁੰਦਰ ਦੇ ਦਿਖਾਈ। ਕਿਤੇ ਸੌਰਭ ਜਿਹੜੀ ਸੁਗੰਧੀ ਹੈ, ਉਹ ਸੁਗੰਧੀ ਨਾਲ ਭਰੀ ਹੋਈ ਸੁੰਦਰ ਰਚਨਾ ਦਿਖਾਈ ਦੇਤ ਦੇ ਰਹੀ ਹੈ। ਵੇਖ ਮੇਲ ਸੁਦਾਰਸ ਸੰਗ। ਕਦੋਂ, ਕਦੋਂ ਦਾ ਅਰਥ ਹੁੰਦਾ ਜਾਂ ਫਿਰ ਵੇਖ ਜਿਹੜਾ ਜ਼ਹਿਰ ਹੈ, ਸੁਦਾਰਸ ਅਤੇ ਅੰਮ੍ਰਿਤ ਹੈ, ਦੋਨਾਂ ਨੂੰ ਸੰਗ ਨਾਲ ਮਿਲਾ ਕੇ, ਮੇਲ ਦਾ ਅਰਥ ਨਾਲ ਮਿਲਾ ਕੇ, ਵਿਦ ਮਾਇਕ ਨੇ ਯਹ ਖੇਲ ਰਚਾਈ। ਵਿਦ ਮਾਇਕ ਮਾਇਆ ਦਾ ਜੋ ਪੁਤਲਾ ਹੈ, ਮਾਇਕ ਦਾ ਅਰਥ ਮਾਇਆ, ਮਾਇਕ ਦਾ ਅਰਥ ਸ਼ੈਲੀਆ, ਸ਼ੈਲੀਆ ਜਾਂ ਮਾਇਆ ਦਾ ਪੁਤਲਾ ਜੋ ਵਿਦ ਕਹੀਏ ਬ੍ਰਹਮਾ ਹੈ, ਉਸ ਨੇ ਯਹ ਖੇਲ, ਇਹ ਖੇਲ, ਯਹ ਦਾ ਅਰਥ ਇਹ ਖੇਲ, ਇਹ ਖੇਡ ਰਚਾਈ, ਰਚਾਉਣਾ ਕੀਤੀ ਹੈ। ਵਿਦ ਦਾ ਅਰਥ ਵਿਦ ਮਾਇਕ ਨੇ ਇਹ ਖੇਲ ਰਚਾਈ।
ਵਿਧਾਤੇ ਨੇ ਮਾਇਕੀ ਖੇਡ ਦੀ ਇਹ ਰਚਨਾ ਬਣਾਉਣਾ ਕੀਤੀ ਹੈ ਕਿ ਜੋ ਉੱਪਰ ਦੱਸਿਆ। ਅਤੇ ਤੀਸਰੀ ਤੁਕ ਵਿੱਚ ਇਹ ਲਿਖਦੇ ਵੀ ਜਾਂ ਫਿਰ ਜਿਹੜਾ ਬਿਖ ਜ਼ਹਿਰ ਹੈ, ਸੁਦਾ ਰਸ ਅੰਮ੍ਰਿਤ ਹੈ, ਅੰਮ੍ਰਿਤ ਨੂੰ ਮੇਲ ਕੇ ਬ੍ਰਹਮਾ ਨੇ ਜਿਹੜੀ ਇਹ ਖੇਡ ਰਚਾਉਣਾ ਕੀਤੀ। ਮੈਂ ਜਾਣ ਪਰੇ ਜਗ ਆਹੇ ਸੁਧਾਰਸ, ਕਹਿੰਦੇ ਇਹ ਨਿਰਣੇ ਕਰਕੇ ਕੁਝ ਵੀ ਜਾਣਿਆ ਨਹੀਂ ਜਾਂਦਾ। ਇਹ ਜਾਣ ਪਰੇ, ਜਾਣ ਪਰੇ ਦਾ ਜਾਣਿਆ ਪੈਂਦਾ ਨਹੀਂ ਹੈ ਕਿ ਜਗ ਆਹੇ ਸੁਧਾਰਸ, ਵੀ ਇਹ ਜਿਹੜਾ ਜਗ ਸੰਸਾਰ ਹੈ, ਆਹੇ ਦਾ ਅਰਥ ਹੁੰਦਾ ਇਹ ਲੈ ਲੈਣਾ। ਇਹ ਸੰਸਾਰ ਜਿਹੜਾ ਸੁਧਾਰਸ ਭਾਵ ਸੁਧਾਰਸ ਅੰਮ੍ਰਿਤ ਆਹੇ ਕਹੀਏ ਹੈ। ਭਾਵ ਨ ਜਾਣ ਪਰੇ, ਭਾਵ ਸਮਝ ਨਹੀਂ ਪੈਂਦੀ ਕਿ ਸੰਸਾਰ ਜਿਹੜਾ ਸੁਧਾਰਸ ਅੰਮ੍ਰਿਤ ਰੂਪ ਕਹੀਏ ਅੰਮ੍ਰਿਤ ਹੈ। ਇਹ ਕਹਿ ਬਿਖ ਕੀ ਬਿਧ ਭੇਲ ਬਨਾਈ, ਕਹਿ ਆਦਾਰਥ ਜਾਂ ਫਿਰ ਬਿਖ ਕੀ ਵੀ ਜ਼ਹਿਰ ਦੀ ਬਿਧ ਬ੍ਰਹਮਾ ਨੇ ਵੇਲ ਹੀ ਬਣਾਉਣਾ ਕੀਤੀ ਹੈ। ਵੀ ਜ਼ਹਿਰ ਦੀ ਵੇਲ ਬਣਾਈ ਹੈ ਕਿ ਇਹ ਜਗ ਅੰਮ੍ਰਿਤ ਹੈ। ਕੁਝ ਜਾਣਿਆ ਨਹੀਂ ਪੈਂਦਾ, ਸਮਝ ਨਹੀਂ ਪੈਂਦਾ। ਦੋਹਰਾ ਹੈ ਜਗ ਦੁੱਖ ਕੀ ਖਾਨ ਨਹੀਂ, ਹੇ ਭਾਈ ਅਸਲ ਵਿੱਚ ਤਾਂ ਇਹ ਜਗ ਜਿਹੜਾ ਸੰਸਾਰ ਹੈ ਦੁੱਖਾਂ ਦੀ ਖਾਨ ਭੰਡਾਰ ਹੀ ਹੈ। ਕਿਉਂਕਿ ਇਹਦਾ ਨਾਮ ਸੰਸਾਰ ਜੋ ਸੰਸਿਆ ਨਾਲ ਭਰਿਆ ਉਹ ਸੰਸਾਰ, ਜੋ ਭੈ ਦੇ ਜਲ ਨਾਲ ਭਰਿਆ ਉਹਨੂੰ ਕਹਿੰਦਾ ਭਉ ਜਲ। ਇਹ ਭਉ ਜਲ ਸੰਸਾਰ ਦੁੱਖਾਂ ਦੀ ਖਾਨ ਖਜ਼ਾਨਾ ਭੰਡਾਰੀ ਹੈ। ਪੁੰਨ ਕਰੈ ਨਰ ਜੋਏ ਜਿਹੜਾ ਮਨੁੱਖ ਇਸ ਦੁੱਖ ਰੂਪ ਸੰਸਾਰ ਅੰਦਰ ਪੁੰਨ ਕਰੇ, ਪੁੰਨ ਕਰਮ ਕਰਦਾ ਹੈ। ਬ੍ਰਹਮ ਰੂਪ ਸੁਖ ਵਿਖੇ ਮੈਂ, ਬ੍ਰਹਮ ਰੂਪ ਜੋ ਬ੍ਰਹਮ ਰੂਪ ਸੁਖ ਰੂਪ ਬ੍ਰਹਮ ਰੂਪ ਸੁਖ ਜੋ ਬ੍ਰਹਮ ਹੈ ਸੁਖ ਰੂਪ ਵਿਖੇ ਮੈਂ, ਉਹ ਵਿਸ਼ਿਆਂ ਵਿੱਚ ਹੀਰਤ ਹੈ ਜਨ ਸੋਏ ਦੇਖ ਲੈਂਦਾ ਹੈ। ਉਹ ਜਨ ਹੀਰਤ ਹੈ, ਹੀਰਤ ਦਾ ਅਰਥ ਦੇਖ, ਹੈ ਦਾ ਅਰਥ ਹੈ। ਉਹ ਪੁਰਸ਼ ਸੋਏ ਜਨ, ਉਹ ਪੁਰਸ਼ ਹੀਰਤ ਹੈ ਦੇਖ ਲੈਂਦਾ ਹੈ। ਬ੍ਰਹਮ ਰੂਪ ਸੁਖ ਵਿਖੇ ਮੈਂ, ਹੀਰਤ ਹੈ ਜਨ ਸੋਏ। ਉਹ ਮਨੁੱਖ ਵੇਖ ਲੈਂਦਾ ਹੈ, ਵਿਖੇ ਮੈਂ ਕਹੀਏ ਵਿਸ਼ੇ ਹੈ, ਜੋ ਵਿਸ਼ਿਆਂ ਅਤੇ ਜ਼ਹਿਰ ਰੂਪ ਇਹ ਸੰਸਾਰ ਹੈ, ਇਹਦੇ ਵਿੱਚ ਹੀ ਸੁੱਖ ਰੂਪ ਬ੍ਰਹਮ ਨੂੰ ਹੀਰਤ ਹੈ ਦੇਖ ਲੈਂਦਾ ਹੈ। ਦੋਹਰਾ ਮਾਨਵ ਦੇਹੀ ਪਾਏ ਕਰ, ਹੇ ਭਾਈ ਜਿਹੜਾ ਮਨੁੱਖ ਮਾਨਵ ਦੇਹੀ ਮਾਨਵ ਦੇਹੀ ਪਾਏ ਪ੍ਰਾਪਤ ਕਰਕੇ ਭਾਰਤ ਖੰਡ ਸੋ ਜੋਏ, ਤੇ ਭਾਰਤ ਖੰਡ ਦੀ ਕਰਮ ਧਰਮ ਭੂਮੀ ਦੇ ਉੱਪਰ ਦੇਹ ਪਾ ਕੇ ਮਨੁੱਖ ਜਨਮ ਲੈਂਦਾ ਹੈ। ਭਾਵ ਮਨੁੱਖ ਦੇਹੀ ਪਾ ਕਰਕੇ ਜੋਏ ਜਿਹੜਾ ਭਾਰਤ ਖੰਡ ਵਿੱਚ, ਤੇ ਪੁੰਨ ਕਰੈ ਨਹਿ ਜਗਤ ਮੈਂ, ਭਾਰਤ ਖੰਡ ਵਿੱਚ ਜਿਸ ਮਨੁੱਖ ਨੇ ਮਨੁੱਖ ਦੇਹੀ ਪਾ ਲਈ, ਪਾ ਕਰਕੇ ਪੁੰਨ ਨਹੀਂ ਕਰਦਾ ਸੰਸਾਰ ਦੇ ਵਿੱਚ, ਚੰਗੇ ਕਰਮ ਸ੍ਰੇਸ਼ਟ ਪੁੰਨ ਕਰਮ ਨਹੀਂ ਕਰਦਾ ਹੈ। ਪਸ਼ੂ ਨਾ ਤਾਂ ਸਮ ਕੋਈ, ਤਾਂ ਸਮ ਉਸ ਦੇ ਸਮ ਕਹੀਏ ਬਰਾਬਰ ਉਹਦੇ ਵਰਗਾ ਕੋਈ ਵੀ ਪਸ਼ੂ ਨਹੀਂ ਹੈ। ਭਾਵ ਇਸ ਰਿਸ਼ੀ ਮੁਨੀਆਂ ਦੀ ਪਵਿੱਤਰ ਧਰਤੀ ਉੱਪਰ ਰਹਿ ਕੇ ਮਨੁੱਖਾ ਜਨਮ ਧਾਰਨ ਕਰਕੇ ਵੀ ਜੇਕਰ ਕੋਈ ਪੁੰਨ ਕਰਮ ਨਹੀਂ ਕਰਦਾ, ਨਾਮ ਨਹੀਂ ਜਪਦਾ, ਉਸ ਨੂੰ ਪਸ਼ੂ ਵਰਗਾ ਹੀ ਸਮਝਣਾ ਚਾਹੀਦਾ ਹੈ। ਉਹਦੇ ਸਮਝ ਲਓ
दो लत्तां वाला डंगर है। करतूत पशु की मांस बचात, लोक ਵਿਚਾਰਾ ਕਰੇ ਦਿਨ ਰਾਤ। ਵੀ ਜਿਸ ਨੇ ਭਾਰਤ ਖੰਡ ਵਿੱਚ ਦੇਹ ਮਨੁੱਖ ਪਾਈ ਹੋਵੇ, ਇਸ ਦੇਹ ਨੂੰ ਪਾ ਕਰਕੇ ਪੁੰਨ ਦੇ ਕਰਮ, ਧਰਮ ਦੇ ਕਰਮ, ਸ੍ਰੇਸ਼ਟ ਕਰਮ ਨਹੀਂ ਕਰਦਾ, ਜਗਤ ਮੈਂ ਸੰਸਾਰ ਵਿੱਚ ਰਹਿੰਦਿਆਂ ਉਹਦੇ ਵਰਗਾ ਤੇ ਕੋਈ ਪਸ਼ੂ ਹੀ ਨਹੀਂ, ਵੱਡਾ ਪਸ਼ੂ ਹੈ। ਅੱਗੇ ਅਜੇ ਪਸ਼ੂ ਵੀ ਚੰਗਾ, ਪਸ਼ੂ ਕਰੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ। ਉਹ ਪਸ਼ੂ ਵੀ ਚੰਗਾ ਹੈ, ਅੰਮ੍ਰਿਤ ਵਰਗਾ ਦੁੱਧ ਦਿੰਦਾ। ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ 10 ਕਾਜ ਸਵਾਰੇ। ਪਸ਼ੂ ਮਰੇ ਤੇ 10 ਕਾਜ ਸਵਾਰਦਾ, ਜੁੱਤੀਆਂ ਬਣਦੀਆਂ, ਬੈਲਟਾਂ ਬਣਦੀਆਂ, ਲੋਕਾਂ ਦੇ ਚਮੜੇ ਦੇ ਜੈਕਟਾਂ ਬਣਦੀਆਂ, ਕਈ ਕੁਝ ਬਣਦਾ ਉਹਦਾ ਚਮੜੇ ਦਾ। ਬੰਦਾ ਤੇ ਨਿਰਾ ਗਾਂਧੀ ਹੈ, ਇਹਦਾ ਮਰੇ ਦਾ ਕੁਝ ਵੀ ਨਹੀਂ ਬਣਦਾ, ਸਵਾਹ ਵੀ ਕਿਸੇ ਕੰਮ ਨਹੀਂ ਆਉਂਦੀ। ਪਸ਼ੂ ਦੇ ਟੂਥਪੇਸਟਾਂ, ਕਈ ਕੁਝ ਬਣਦਾ। ਕੁੱਤੇ ਵੀ ਉਸ ਸਰੀਰ ਨੂੰ ਖਾ ਲੈਂਦੇ ਹੈ, ਜਾਨਵਰ ਵੀ ਖਾ ਕੇ ਪੇਟ ਦੀ ਭੁੱਖ ਬੁਝਾ ਲੈਂਦੇ। ਉਹਦੇ ਪਸ਼ੂ ਵੀ ਪਸ਼ੂ ਨਾ ਤਾਂ ਸਮ ਕੋਈ, ਉਹਦੇ ਵਰਗਾ ਕੋਈ ਮੂਰਖ ਕੋਈ ਨਹੀਂ, ਪਸ਼ੂ ਨਾ, ਉਹਦੇ ਪਸ਼ੂ ਵੀ ਨਹੀਂ ਹੈ। ਅੱਗੇ 2 ਸਵਈਆਂ ਵਿੱਚ ਮੂਰਖ ਮਨੁੱਖ ਦਾ ਹਾਲ ਦੱਸ ਰਹੇ ਹੈ। ਸਵਈਆ ਸੋ ਵਡੂਰੈ, ਵਡੂਰੈ ਪੜ੍ਹਨਾ ਨੂੰ ਰਾਰੇ ਦਲਾਵਾਂ ਕਰਕੇ, ਵਡੂਰੈ ਸੋ ਵਡੂਰੈ ਕੀ ਪਿਠਰੀ ਖਲ ਕੋ, ਖਲ ਕੋ ਕਹਿੰਦੇ ਮੂਰਖ ਮਨੁੱਖ ਦੀ ਹੁਣ ਗੱਲ ਦੱਸ ਰਹੇ ਆ ਕਿ ਖਲ ਕੋ, ਖਲ ਨੂੰ ਪਾ। ਮੂਰਖ ਮਨੁੱਖ ਨੂੰ ਇੱਕ ਵਾਰ ਦੀ ਗੱਲ ਹੈ ਕਿ ਖੇਤ ਵਿੱਚੋਂ ਮਿੱਟੀ ਪੁੱਟਦਿਆਂ ਪੁੱਟਦਿਆਂ ਇੱਕ ਵਡੂਰੈ ਮਣੀ, ਵਡੂਰੈ ਕੀ ਮਣੀਆਂ ਦੀ ਪਿਠਰੀ ਦੇਗਚੀ ਗਾਗਰ ਇੱਕ ਲੱਭ ਗਈ। ਗਹਿ ਚੰਦਨ ਈਂਧਨ ਸਾਥ ਪਕਾਵੈ, ਤਦ ਉਹ ਉਹਨਾਂ ਨੂੰ ਕੁਝ ਫਲ ਆਦਿ ਸਮਝ ਕੇ ਵੀ ਫਲ ਫੂਲ ਹੀ ਹੈ ਕੋਈ, ਤੇ ਕੀ ਕਰਨ ਲੱਗ ਪਿਆ। ਗਹਿ ਚੰਦਨ ਦੀਆਂ ਈਂਧਨ, ਚੰਦਨ ਦੀਆਂ ਜਿਹੜੀਆਂ ਲੱਕੜਾਂ, ਈਂਧਨ ਅਰਥ ਲੱਕੜਾਂ, ਚੰਦਨ ਦੀਆਂ ਜਿਹੜੀਆਂ ਲੱਕੜਾਂ ਦੀ ਉਹਨਾਂ ਨੂੰ ਪਕੜ ਕੇ ਫੜ ਕੇ ਤੇ ਅੱਗ ਬਾਲ ਲਈ। ਅੱਗ ਬਾਲ ਕੇ ਉਸ ਅੱਗ ਦੇ ਸਾਥ ਉਹਦੇ ਨਾਲ ਉਹਨਾਂ ਮਣੀਆਂ ਨੂੰ ਪਕਾਉਣ ਲੱਗ ਪਿਆ। ਇਹ ਮੂਰਖ ਸੋ ਵਡੂਰੈ ਕੀ ਪਿਠਰੀ ਖਲ ਕੋ, ਵੀ ਮੂਰਖ ਦੀ ਆਹ ਹਾਲਤ ਹੈ ਵੀ ਇੱਕ ਵਾਰ ਕਿਸੇ ਮੂਰਖ ਨੂੰ ਵਡੂਰੈ ਕਹੀਏ, ਮਣੀਆਂ ਦੀ ਪਿਠਰੀ ਦੇਗਚੀ ਲੱਭ ਗਈ ਗਾਗਰ ਭਰੀ ਹੋਈ, ਤੇ ਗਹਿ ਚੰਦਨ ਈਂਧਨ ਸਾਥ ਪਕਾਵੇ। ਉਹਨੇ ਸੋਚਿਆ ਕੋਈ ਖਾਣ ਵਾਲੀ ਚੀਜ਼ ਹੈ, ਮਣੀਆਂ ਤੇ ਖਾਧੀਆਂ ਨਹੀਂ ਜਾਂਦੀਆਂ। ਉਹਨੇ ਚੰਦਨ ਦੀਆਂ ਲੱਕੜਾਂ ਪਕੜ ਕੇ ਅੱਗ ਬਾਲ ਲਈ ਤੇ ਉਹਦੇ ਨਾਲ ਉਹ ਮਣੀਆਂ ਪਕਾਉਣ ਲੱਗ ਪਿਆ। ਸ਼ੁਭ ਹਾਟਕ ਲਾਂਗਲ ਅਗਰ ਧਰੇ, ਫਿਰ ਸ਼ੁਭ ਹਾਟਕ ਸੁੰਦਰ ਸੋਹਣੇ ਦਾ, ਸ਼ੁਭ ਚੰਗਾ ਸੋਹਣਾ ਸ੍ਰੇਸ਼ਟ, ਹਾਟਕ ਕਹੀਏ ਸੋਹਣੇ ਦਾ, ਲਾਂਗਲ ਫਾਲਾ ਜਿਹੜਾ ਹੁੰਦਾ ਹਲ ਵਾਹੁਣ ਵਾਲਾ, ਸੋਨੇ ਦਾ ਫਾਲਾ ਬਣਾ ਕੇ ਹਲ ਦੇ ਅਗਰ ਅੱਗੇ ਧਰੇ, ਅੱਗੇ ਧਰ ਭਾਵ ਅੱਗੇ ਲਗਾ ਕੇ। ਜੜ ਭੂਮ ਖਨੇ ਦੁਰਮ ਆਕ ਜਮਾਵੇ, ਤੇ ਜਿਹੜਾ ਮੂਰਖ ਮਨੁੱਖ, ਜੜ ਦਾ ਅਰਥ ਮੂਰਖ ਮਨੁੱਖ, ਭੂਮ ਖਨੇ ਧਰਤੀ ਨੂੰ ਪੁੱਟਦਾ ਵਾਹੁੰਦਾ ਹੈ, ਦੁਰਮ ਆਕ ਜਮਾਵੇ ਅਤੇ ਉੱਥੋਂ ਸੁੰਦਰ ਫੁੱਲਾਂ ਵਾਲੇ ਬੂਟੇ ਪੁੱਟ ਕੇ ਆਕ ਦੇ ਦਰੋਮ ਬੂਟੇ ਜਮਾਵੇ ਬੀਜਦਾ ਹੈ। ਤੇ ਪਹਿਲੀ ਮੂਰਖ ਦੀ ਤੇ ਇਹ ਕਮੀ ਵੀ ਮੂਰਖ ਦੀ ਤੇ ਇਹ ਗੱਲ ਹੈ ਵੀ ਜਿਵੇਂ ਉਹਨੂੰ ਮੂਰਖ ਨੂੰ ਮਣੀਆਂ ਦੀ ਪਿਠੜੀ ਦੇਗਚੀ ਲੱਭ ਜਾਵੇ, ਉਹ ਚੰਦਨ ਦੀਆਂ ਲੱਕੜਾਂ ਫੜ ਕੇ ਅੱਗ ਲਾ ਕੇ ਤੇ ਉਹਦੇ ਨਾਲ ਪਕਾਉਣ ਲੱਗ ਪਏ ਵੀ ਮਣੀਆਂ ਖਾਵਾਂਗੇ। ਪਤਾ ਨਹੀਂ ਹੈ ਮੂਰਖ ਨੂੰ
ਤੇ ਫਿਰ ਮੂਰਖ ਦੇ ਦੀ ਉਹ ਗੱਲ ਹੈ ਵੀ ਜਿਵੇਂ ਮੂਰਖ ਤੇ ਇਹੋ ਜਿਹੇ ਹੁੰਦੇ ਆ ਵੀ ਚੰਗਾ ਸੋਨੇ ਦਾ ਲਾਂਗਲ ਫਾਲਾ ਹਲ ਅਗਰ ਧਰੇ ਫਾਲਾ ਬਣਾ ਕੇ ਹਲ ਦੇ ਅੱਗੇ ਲਗਾ ਕੇ ਤੇ ਕਰਨ ਕੀ ਲੱਗ ਪਏ, ਧਰਤੀ ਨੂੰ ਉਹ ਸੋਨੇ ਦੇ ਨਾਲ ਭੂਮ ਕਹੀਏ ਧਰਤੀ ਨੂੰ ਖਨੇ ਪੁੱਟਣ ਲੱਗ ਜਾਵੇ। ਤੇ ਕਰੇ ਕਿ ਪਹਿਲਾਂ ਤਾਂ ਇਹਨੇ ਗਲਤੀ ਕੀਤੀ ਵੀ ਸੋਨੇ ਦੇ ਹਲ ਨਾਲ ਧਰਤੀ ਵਾਹੁਣ ਲੱਗ ਪਿਆ। ਫਿਰ ਦਰੋਮ ਜਿਹੜੇ ਚੰਗੇ ਫਲਾਂ ਦੇ ਬੂਟੇ ਵਧੀਆ ਫਸਲ ਉਹ 'ਤੇ ਪੁੱਟ ਕੇ ਤੇ ਅੱਕ ਦੇ ਬੂਟੇ ਜਮਾਵੇ ਬੀਜਣ ਲੱਗ ਜਾਂਦਾ ਹੈ। ਇਹ ਮੂਰਖ ਦੀ ਹਾਲਤ ਹੈ। ਖਲ ਛੇਦ ਕਪੂਰਨ ਖੰਡ ਕਰੇ, ਫਿਰ ਮੂਰਖ ਮਨੁੱਖ ਕਪੂਰਨ ਖਲ ਮੂਰਖ, ਫਿਰ ਮੂਰਖ ਮਨੁੱਖ ਕਪੂਰ ਨੂੰ ਹੈ। ਇਹ ਇੱਕ ਬਿਰਛੀ ਹੈ, ਉਸ ਦੇ ਰਸ ਤੋਂ ਤਿਆਰ ਕੀਤਾ ਚਿੱਟਾ ਸੁਗੰਧੀ ਵਾਲਾ ਪਦਾਰਥ ਹੈ ਜਿਹਨੂੰ ਕਪੂਰ ਕਿਹਾ ਜਾਂਦਾ, ਜੋ ਹਵਾ ਵਿੱਚ ਉੱਡ ਜਾਂਦਾ, ਉਂਝ ਅੱਗ ਵਿੱਚ ਘਿਓ ਦੀ ਤਰ੍ਹਾਂ ਸੜਦਾ ਹੈ ਕਪੂਰ। ਆਰਤੀ ਸਮੇਂ ਵੀ ਜਲਾਉਂਦੇ ਹੈ। ਇਹ ਬਹੁਤ ਦਵਾਈਆਂ ਵਿੱਚ ਹੀ ਵਰਤਿਆ ਜਾਂਦਾ ਕਪੂਰ, ਉਹਨੂੰ ਕਹੀਦਾ ਹੈ ਕਪੂਰ। ਇੱਕ ਬਿਰਛ ਹੁੰਦਾ, ਇੱਕ ਬਿਰਛ ਤੇ ਉਹਦੇ ਰਸ ਤੋਂ ਤਿਆਰ ਕੀਤਾ ਜਾਂਦਾ ਚਿੱਟਾ ਸੁਗੰਧੀ ਵਾਲਾ ਪਦਾਰਥ ਹੈ, ਇਹਨੂੰ ਕਪੂਰ ਕਿਹਾ ਜਾਂਦਾ। ਦਵਾਈਆਂ ਦੁਈਆਂ 'ਚ ਵੀ ਕੰਮ ਆਉਂਦਾ ਹੈ। ਮੂਰਖ ਮਨੁੱਖ ਕਪੂਰ ਨੂੰ ਖੰਡ ਕਰੇ, ਛੇਦ ਭਾਵ ਕੱਟ ਕੇ ਖੰਡ ਕਰੇ ਤੇ ਉਸਦੇ ਟੁਕੜੇ ਕਰਦਾ ਹੈ। ਪੁੰਨ ਵਾਇਸ ਕੇ ਕੁਲ ਪੂਜ ਜਵਾਵੈ, ਫਿਰ ਪੁੰਨ ਦਾ ਅਰਥ ਫਿਰ ਉਹਨਾਂ ਟੁਕੜਿਆਂ ਨਾਲ ਵਾਇਸ ਕਹੀਏ ਕਾਵਾਂ ਦੀਆਂ ਕੁਲਾਂ ਨੂੰ ਪੂਜ ਕੇ ਉਹਨਾਂ ਨੂੰ ਜਵਾਵੇ ਛਕਾਉਣਾ ਕਰਦਾ ਹੈ। ਇਹ ਮੂਰਖ ਦੀ ਤੇ ਆਹ ਹਾਲਤ ਹੈ ਵੀ ਉਹਨੂੰ ਕਪੂਰਨ ਕਹੀਏ ਕਪੂਰ ਮਿਲ ਜਾਵੇ ਤੇ ਉਹ ਕੀ ਕਰੇ ਕਪੂਰ। ਹੁਣ ਉਹ ਤੇ ਚੰਗੇ ਥਾਂ ਦੀ ਵਰਤੋਂ ਹੁੰਦੀ ਹੈ, ਆਰਤੀ ਵਿੱਚ ਦਵਾਈਆਂ ਦੁਈਆਂ ਵਿੱਚ ਸੁਗੰਧੀ ਵਾਲਾ ਹੁੰਦਾ। ਤੇ ਕਰੇ ਕਿ ਛੇਦਕ ਨੂੰ ਕੱਟ ਕੇ ਖੰਡ ਕਰੇ ਟੋਟੇ ਕਰਕੇ ਪੁੰਨ ਵਾਇਸ ਕੇ ਕੁਲ ਪੂਜ ਜਵਾਵੇ। ਵਾਇਸ ਜਿਹੜੇ ਕਾਂ ਹੈ ਉਹਨਾਂ ਦੇ ਕੁਲਾਂ ਨੂੰ ਭਾਵ ਕਾਵਾਂ ਦੇ ਝੁੰਡਾਂ ਨੂੰ ਪੂਜ ਕੇ ਜਵਾਵੇ ਛਕਾਉਣਾ ਕਰੇ ਵੀ ਛਕੋ। ਤੇ ਮੋਹੀ ਯਹ ਭਾਰਤ ਖੰਡ ਲਹੇ, ਤੇ ਮਹੀ ਇਹ ਸਾਰੇ ਜਿਹੜੇ ਆਂਦੇ ਮੂਰਖਾਂ ਦੀ ਜਿਵੇਂ ਗੱਲ ਦੱਸੀ ਵੀ ਇੱਦਾਂ ਕਰੇ ਤੇ ਉਹ ਗੱਲ ਆ। ਤੇ ਇਵੇਂ ਹੀ ਇਹ ਭਾਰਤ ਇਹ ਭਾਰਤ ਖੰਡ ਹੈ। ਤੇ ਇਵੇਂ ਹੀ ਇਹ ਭਾਰਤ ਖੰਡ ਦੀ ਜਿਹੜੀ ਕਰਮ ਭੂਮੀ ਹੈ, ਜਿੱਥੇ ਕਰਮ ਕਮਾਉਣੇ ਧਰਮ ਕਮਾਉਣਾ ਧਰਮ ਭੂਮੀ ਹੈ। ਤੇ ਭਾਰਤ ਖੰਡ ਵਿੱਚ ਲਹਿ ਕੇ ਜਨਮ ਲੈ ਕਰਕੇ ਨਿਰਬੁੱਧ ਕਹਾ ਨਰ ਪੁੰਨ ਕਮਾਵੇ। ਬੁੱਧੀ ਤੋਂ ਨਿਰਬੁੱਧ, ਜਿਹੜਾ ਬੁੱਧੀ ਤੋਂ ਨਿਰ ਕਹੀਏ ਹੀਣਾ ਰਹਿਤ ਹੈ, ਉਹ ਨਰ ਉਹ ਮਨੁੱਖ ਕਹਾਂ ਕਿਸ ਤਰ੍ਹਾਂ ਪੁੰਨ ਕਰਮ ਜਿਹੜੇ ਕਮਾ ਸਕਦਾ, ਭਾਵ ਉਹ ਖੋਟੇ ਕੰਮਾਂ ਵਿੱਚ ਹੀ ਆਪਣਾ ਜੀਵਨ ਲੰਘਾ ਦਿੰਦਾ ਹੈ। ਜਨਮ ਪਾਏ ਕਛ ਭਲੋ ਨਾ ਕੀਨੋ, ਤਾਂ ਤੇ ਅਦਕ ਡਰੋ ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਜੈ ਜੀ ਸੋਚ ਧਰੋਏ। ਇਹਨੂੰ ਕਰਨਾ ਚਾਹੀਦਾ ਪਰ ਕਿੱਥੇ ਕਰਦਾ ਏ। ਤੇ ਮਹੀਂ ਯਹ ਭਾਰਤ ਖੰਡ ਲਹੇ, ਤੇ ਇਵੇਂ ਦੀ ਹਾਲਤ ਹੈ ਵੀ ਇਹ ਭਾਰਤ ਖੰਡ ਵਿੱਚ ਜਿਵੇਂ ਉੱਪਰ ਮੂਰਖ ਦੇ ਦਸੇ ਔਗਣ ਵੀ ਉਹ ਇੱਦਾਂ ਕਰਦਾ, ਤੇ ਇਵੇਂ ਵੀ ਇਹ ਜੋ ਗੱਲ ਹੈ ਵੀ ਤਿਵੇਂ ਜਿਹੜਾ ਮੂਰਖ ਕੋਈ ਭਾਰਤ ਖੰਡ ਵਿੱਚ ਜਨਮ ਲੈ ਲਏ, ਨਿਰਬੁੱਧੀ ਹੀਣਾ ਹੋਏ, ਬੁੱਧੀ ਤੋਂ ਹੀਣਾ। ਤੇ ਦੱਸੋ ਕਹਾਂ ਨਰ ਉਹ ਪੁਰਖ ਕੀ ਪੁੰਨ ਕਮਾਵੇਗਾ, ਕੋਈ ਪੁੰਨ ਨਹੀਂ ਕਮਾਵੇਗਾ, ਸਗੋਂ ਪੇਟ ਭਰਿਓ ਪਸ਼ੂਆ ਜਿਉ ਖੋਇਓ ਸੋਇਓ ਮਨੁੱਖ ਜਨਮ ਹਾਰਿਓ। ਇੱਦਾਂ ਹੀ ਚਲਾ ਜਾਂਦਾ, ਪੁੰਨ ਕਿੱਥੇ ਕਮਾਉਂਦਾ, ਦੇਹ ਦਾ ਸਤਿਆਨਾਸ਼ ਕਰ ਦਿੰਦਾ ਹੈ। ਸਵਈਆ ਤੇ ਮਹੀ ਹੈ ਭਾਰਤ ਖੰਡ ਲੈ। ਇਹਦਾ ਹੋਰ ਵੀ ਇੱਕ ਕਿਤੇ ਆਉਂਦਾ ਪ੍ਰਮਾਣ ਗ੍ਰੰਥ ਵਿੱਚ, ਮਡੂਰੈ ਕੇ ਸਮ ਦੇਹ ਖਲ
समदेह कल राक्ष समता के गुण जानो। दो काम करे यह भूम खने, द्रुम आक विकार रिद मह आनो। शुभ कर्म सुकाम कपूर कटे, पुन काग समान को पात्र भानु। सुर संपद चंदन ईंधन है, शुभ हाट कला उद्यम मानो। सवैया ऊखर देशक नीर पिवे, पुन मूड सदारस सो पग धोवै। कहते मूर्ख मनुख ऊखर देश पावगड़ी कलरी धरती, कलरी धरती का देश इलाका है, ਉਹਦੇ ਵਿੱਚ ਇਕੱਠੇ ਹੋਏ ਕਨੀਰ ਪੀਵੇ, ਭੈੜੇ ਪਾਣੀ ਨੂੰ ਪੀਣਾ ਕਰਦਾ ਹੈ। ਪੁਨ ਮੂੜ ਸੁਧਾਰਸ ਸੋ ਪਗ ਧੋਵੈ। ਫਿਰ ਮੂਰਖ ਦੀ ਹਾਲਤ ਵੇਖ ਲਓ, ਪੁਨ ਮੂੜ। ਫਿਰ ਮੂਰਖ ਜਿਹੜਾ ਮਨੁੱਖ ਅਕਲ ਤੋਂ ਹੀਣਾ, ਉਹ ਕਰਦਾ ਕੀ ਆ? ਸੁਧਾ ਰਸ, ਜਿਹੜਾ ਅੰਮ੍ਰਿਤ ਰਸ ਹੈ, ਉਸ ਅੰਮ੍ਰਿਤ ਰਸ ਦੇ ਸੌਂ ਕਹੀਏ ਨਾਲ ਆਪਣੇ ਜਿਹੜੇ ਪੱਗ ਪੈਰ ਧੋਵੈ, ਧੋਣਾ ਕਰਦਾ ਹੈ। ਵੀ ਮੂਰਖ ਕਿੱਡਾ ਵੇਖੋ, ਮਾੜੇ ਕਨੀਰ ਜਿਹੜਾ ਪਾਣੀ ਹੈ ਮੈਲਾ, ਪੈਰ ਤੇ ਉਹਦੇ ਨਾਲ ਧੋਣੇ, ਉਹਨੂੰ ਪੀ ਜਾਂਦਾ। ਤੇ ਜਿਹੜੇ ਮੂਰਖ ਲੋਕ ਦੀ ਹਾਲਤ ਵੇਖੋ, ਅੰਮ੍ਰਿਤ ਪੀਣ ਵਾਲਾ ਉਹਨਾਂ ਪੈਰ ਧੋਈ ਜਾਂਦਾ ਹੈ। ਇਹ ਵੇਖੋ ਦੀ ਅਕਲ। ਅਰਥਾਤ ਇਹ ਕਲਰੀ ਧਰਤੀ ਦੇ ਪਾਣੀ ਤੋਂ ਭਾਵ ਕੀ ਆ? ਜਿਹੜੇ ਆ ਸ਼ਰਾਬ ਭਸਖੇ ਆਦਿ ਨਸ਼ੇ ਵਰਤਦਾ, ਤੇ ਅੰਮ੍ਰਿਤ ਨਾਲ ਪੈਰ ਧੋਣ ਦਾ ਮਤਲਬ ਕੀ ਇੱਥੇ? ਭਾਵ ਖਾਣ ਪੀਣ ਜਿਹੜੇ ਯੋਗ ਪਦਾਰਥ ਨੇ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਅੰਮ੍ਰਿਤ ਭੋਜਨ ਹੀ ਹੈ ਉਹ, ਅੰਮ੍ਰਿਤ ਰੂਪੀ ਭੋਜਨ, ਉਹਨਾਂ ਦੀ ਤੇ ਬੇਕਦਰੀ ਕਰਦਾ, ਕਹਿੰਦਾ ਇਹ ਤਾਂ ਕੋਈ ਫਾਇਦਾ ਹੀ ਨਹੀਂ। ਮਾਸ ਖਾਓ, ਸ਼ਰਾਬ ਪੀਓ, ਇਹਦੇ ਵਿੱਚ ਤਾਂ ਬਹੁਤ ਸਰੀਰ ਨੂੰ ਤੰਦਰੁਸਤੀ ਹੈ। ਇਵੇਂ ਊਖਰ ਦੇਸ਼, ਊਖਰ ਜਿਹੜੇ ਕਲਰੀ ਧਰਤੀ ਦੀ ਨਿਆਈ ਕੁਸੰਗੀਆਂ ਦਾ ਦੇਸ਼ ਇਲਾਕਾ, ਉਹਨਾਂ ਵਿੱਚ ਬਹਿ ਕੇ ਕੁਨੀਰ ਸ਼ਰਾਬ ਪੀਂਦਾ ਹੈ, ਨਸ਼ੇ ਆਦਿ ਕਰਦਾ। ਪੁਨ ਮੂੜ, ਫਿਰ ਮੂਰਖ ਲੋਕ ਸੁਧਾਰਸ, ਜੇ ਸੰਤ ਮਹਾਤਮਾ ਅੰਮ੍ਰਿਤ ਵਰਗਾ ਭੋਜਨ ਪ੍ਰਸ਼ਾਦਾ ਛਕਦੇ, ਤੇ ਉਹਨਾਂ ਦੇ ਨਾਲ ਉਸ ਅੰਮ੍ਰਿਤ ਰੂਪੀ ਭੋਜਨ ਦੇ ਨਾਲ ਪੱਗ ਧੋਵੈ। ਜਿਹੜਾ ਹੈ ਪੱਗ ਕਹੀਏ ਆਪਣੇ ਬੇਕਦਰੀ ਰੂਪੀ ਚਰਨ ਧੋਵੇ, ਧੋਂਦਾ ਬੇਕਦਰੀ ਉਹਦੀ ਕਰਦਾ ਹੈ। ਕੁਧ ਹੈ ਕਾਗ ਉਡਾਵਨ ਕੇ ਹਿਤ ਫੇਰਾ, ਕੁਧ ਕਹੀਏ ਕੋਧਰਾ, ਇਹ ਬਾਥੂ ਜਿਹਾ ਇੱਕ ਘਾਹ ਹੁੰਦਾ, ਬਾਥੂ ਵਰਗਾ ਹੀ, ਜਿਸ ਦਾ ਦਾਣਾ ਗਰੀਬ ਲੋਕ ਰਿੰਨ ਕੇ ਜਾਂ ਪੀ ਕੇ ਆਟੇ ਦੀ ਰੋਟੀ ਪਕਾ ਕੇ ਖਾਂਦੇ ਹਨ। ਹੰਸ ਉੱਡ ਕੋਧਰੇ ਭਇਆ, ਕੁਧ ਹੈ ਕਾਗ ਉਡਾਵਨ ਕੇ, ਕੋਧਰੇ ਦੇ ਖੇਤ ਤੋਂ ਕਾਗ ਜਿਹੜਾ ਕਾਂ ਹੈ, ਮੂਰਖ ਦੀ ਹਾਲਤ ਦੇਖੋ ਵੀ ਕੋਧਰੇ ਦਾ ਖੇਤ ਹੈ ਤੇ ਉੱਥੇ ਆ ਗਿਆ ਕਾਗ, ਕਾਂ, ਤੇ ਉਸ ਕਾਂ ਉਡਾਵਨ ਕੇ ਹਿੱਤ, ਕਾਂ ਨੂੰ ਉਡਾਉਣ ਦੇ ਹਿੱਤ ਕਹੀਏ ਵਾਸਤੇ, ਡਾਰ ਮਹਾ ਮਨ ਮੂੜ ਵਿਗੋਵੈ। ਮਹਾ ਸੁੰਦਰ, ਬਹੁਤ ਹੀ ਜਿਹੜੇ ਸੁੰਦਰ ਮਨ ਕਹੀਏ ਮਣੀਆਂ, ਵੀ ਉਹਨਾਂ ਨੂੰ ਡਾਰ ਸੁੱਟ ਕੇ ਵਿਗੋਵੈ, ਖਰਾਬ ਕਰ ਰਿਹਾ ਹੈ, ਖਰਾਬ ਕਰਦਾ ਹੈ। ਮੂਰਖਾਂ ਦੀ ਹਾਲਤ ਤੇ ਆਹ ਹੋ ਗਈ ਦੁਨੀਆ 'ਚ। ਕੋਧੇ ਦੀ ਜਿਹੜੀ ਫਸਲ ਹੋਵੇ ਉਹਦਾ ਤਾਂ ਕੋਈ ਫਾਇਦਾ ਨਹੀਂ ਨਾ, ਤੇ ਕਾਂ ਉੱਤੇ ਆ ਜਾਏ ਤੇ ਉਹਨਾਂ ਨੂੰ, ਕਾਂ ਉੱਪਰ ਆ ਕੇ ਉਹਨੂੰ ਉਡਾਉਣ ਦੇ ਵਾਸਤੇ ਮਹਾਂ ਮਣੀਆਂ, ਸੋਹਣੀਆਂ ਮਣੀਆਂ ਜਿਹੜੀਆਂ ਡਾਰ ਉਹਨੂੰ ਸੁੱਟ ਕੇ ਵਿਗੋਵੇ, ਖਰਾਬ ਕਰੇ। ਭਾਵ ਰਿਸ਼ੀ ਵਿਸ਼ਿਆ ਰੂਪੀ ਜਿਹੜੇ ਕਾਂ ਆ ਨਾ, ਉਹ ਕਾਵਾਂ ਵਾਸਤੇ ਜਿਹੜੇ ਮਣੀਆਂ ਦੀ ਰਾਹੀਂ ਸਵਾਸ ਬਹੁਤ ਕੀਮਤੀ ਹੈ, ਉਹਨੂੰ ਮੂਰਖ ਅਗਿਆਨੀ ਮਨਮੁਖ ਬੇਸਮਝ ਵਿਗੋਵੇ, ਖਰਾਬ ਕਰ ਰਿਹਾ। ਰੋਜ਼ ਵਿਸ਼ਿਆਂ ਰੂਪੀ ਕਾਵਾਂ ਨੂੰ
ਪੂਰਤੀ ਉਹਨਾਂ ਦੀ ਕਰਨ ਵਾਸਤੇ। ਕੁੱਦ ਹੈ ਵਿਸ਼ੇ, ਜਿਹੜੇ ਕੁੱਦ ਹੈ ਕਹੀਏ ਵਿਸ਼ੇ, ਤੇ ਕਾਗ ਕਹੀਏ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ। ਉਡਾਵਣ ਕਹੀਏ ਉਹਨਾਂ ਦੀ ਉਡਾਵਣ, ਉਹਨਾਂ ਨੂੰ ਉਹਨਾਂ ਦੀ ਪੂਰਤੀ ਵਾਸਤੇ। ਮਹਾਂਮਣੀਆਂ ਦੀ ਨਿਆਈ, ਜਿਹੜੇ ਸਵਾਸ ਰੱਬ ਨੇ ਦਿੱਤੇ ਬੰਦਗੀ ਵਾਸਤੇ, ਉਹਨਾਂ ਨੂੰ ਸੁੱਟ ਸੁੱਟ ਕੇ ਮੂਰਖ ਭਾਵ ਇਹਨਾਂ ਵਿਅਰਥ ਕੰਮਾਂ ਵਿੱਚ ਗਵਾ ਰਿਹਾ ਹੈ, ਇਹਨਾਂ ਵਿੱਚ ਲਾਇਆ ਹੋਇਆ। ਕਾਟ ਕੇ ਚੰਦਨ ਕੇ ਬਿਰਵਾ, ਮੂਰਖ ਮਨੁੱਖ ਚੰਦਨ ਕੇ ਬਿਰਵਾ, ਜਿਹੜੇ ਚੰਦਨ ਦੇ ਬ੍ਰਿਸ਼ ਕੱਟ ਕੇ ਕਰਦਾ ਕੀ ਹੈ। ਦ੍ਰਿੜ ਬਾੜ ਬੰਬੂਲ ਕਰੇ ਜੜ ਸੋਵੈ, ਬੰਬੂਲ ਜਿਹੜੇ ਕਿੱਕਰਾਂ ਦੀ ਰਾਖੀ ਲਈ ਚੰਦਨ ਦੀਆਂ ਟਾਹਣੀਆਂ ਦੀ ਜਿਹੜੀ ਵਾੜ ਹੈ, ਦ੍ਰਿੜ ਚੰਗੀ ਤਰ੍ਹਾਂ ਪੱਕੀ ਕਰਕੇ ਸੋਵੈ ਫਿਰ ਸੌਂਦਾ ਹੈ। ਉਹ ਚੰਦਨ ਕੀ, ਚੰਦਨ ਦੀ ਨਹੀਂ ਪਰਮਾਤਮਾ ਦੀ ਭਗਤੀ ਹੈ, ਖੁਸ਼ਬੂ ਭਗਤੀ ਦੀ ਮਹਿਮਾ ਬਖਸ਼ਣ ਵਾਲੀ ਮਹਿਕਾਂ। ਤੇ ਕਿੱਕਰ ਕਹੀ ਹੈ ਭੂਤ ਪ੍ਰੇਤਾਂ ਦੀ ਉਪਾਸਨਾ, ਭਾਵ ਚੰਦਨ ਵਰਗੀ ਜਿਹੜੀ ਪ੍ਰੇਮਾ ਭਗਤੀ ਸ਼ੁਭ ਗੁਣਾ ਰੂਪੀ ਸੁਗੰਧੀ ਬਖਸ਼ਦੀ ਹੈ। ਉਹ ਚੰਦਨ ਦੀ ਨਿਆਈ ਪਰਮਾਤਮਾ ਦੀ ਭਗਤੀ, ਉਹਨੂੰ ਕਾਟ ਕੇ ਕਹੀਏ ਛੱਡ ਕੇ। ਦ੍ਰਿੜ ਬਾੜ ਬੰਬੂਲ ਜਿਹੜੇ ਭੂਤਾਂ ਪ੍ਰੇਤਾਂ ਦੀ ਕਿੱਕਰਾਂ ਦੀ ਨਿਆਈ, ਜਿਹੜੇ ਭੂਤ ਪ੍ਰੇਤ ਹੈ ਉਹਨਾਂ ਦੀ ਉਪਾਸਨਾ, ਵਾੜ ਉਪਾਸਨਾ ਰੂਪੀ ਵਾੜ ਦ੍ਰਿੜ ਪੱਕੀ ਕਰਨ ਵਿੱਚ ਮੂਰਖ ਲੱਗਾ ਹੋਇਆ, ਸੋਵੈ ਪਰਮਾਤਮਾ ਵੱਲੋਂ ਸੁੱਤਾ ਹੋਇਆ ਹੈ। ਕਾਟ ਕੇ ਚੰਦਨ ਕੇ ਬਿਰਵਾ, ਮੂਰਖ ਚੰਦਨ ਦੇ ਬਿਰਵਾ ਬ੍ਰਿਸ਼ ਨੂੰ ਕੱਟ ਕੇ ਬੰਬੂ ਕਰਦਾ ਕੀ ਹੈ ਵੀ ਚੰਦਨ ਦੇ ਬ੍ਰਿਸ਼ ਕੀਮਤੀ ਹੈ, ਕਿੱਕਰਾਂ ਦੀ ਵਾੜ ਉਹਨੂੰ ਕਰਨੀ ਚਾਹੀਦੀ ਸੀ। ਉਲਟਾ ਕਿੱਕਰਾਂ ਦੀ ਜਿਹੜੀ ਕਿੱਕਰਾਂ ਦੇ ਰੁੱਖ ਹੈ ਉਹਨਾਂ ਦੁਆਲੇ ਚੰਦਨ ਦੀ ਵਾੜ ਪੱਕੀ ਕਰਕੇ ਸੌਂਦਾ ਵੀ ਹੁਣ ਮੇਰੇ ਕਿੱਕਰਾਂ ਨੂੰ ਕੋਈ ਦੁੱਖ ਨਾ ਹੋਵੇ। ਇਹ ਮੂਰਖ ਦੀ ਹਾਲਤ ਹੈ। ਮੂਰਖ ਜਾਂ ਤਨ ਪਾਲਣ ਕੇ ਹਿਤ, ਮੂਰਖ ਇਸੇ ਤਰ੍ਹਾਂ ਇਹ ਜਿਵੇਂ ਉੱਪਰ ਦੱਸਿਆ ਵੀ ਉਹ ਮੂਰਖ ਪੁਰਸ਼ ਦੀ ਤੇ ਉਹ ਗੱਲ ਹੋ ਗਈ। ਇਸੇ ਮੂਰਖ ਇਹ ਕੋਈ ਕਰਦਾ, ਇਸੇ ਤਿਵੇਂ ਹੀ ਜਿਹੜੇ ਬੇਸਮਝ ਲੋਕ ਹੈ, ਮੂਰਖ ਬੇਸਮਝ ਲੋਕ ਜਾਂ ਤਨ ਇਸ ਸਰੀਰ ਨੂੰ ਪਾਲਣ ਕੇ ਹਿਤ, ਪਾਲਣ ਪੋਸ਼ਣ ਦੇ ਵਾਸਤੇ ਧਰਮ ਤਥਾ ਜਗ ਭੀਤਰ ਖੋਵੈ, ਆਪਣੇ ਧਰਮ ਨੂੰ ਇਸ ਜਗ ਭੀਤਰ ਸੰਸਾਰ ਦੇ ਵਿੱਚ ਖੋਵੈ, ਵਿਅਰਥ ਹੀ ਖੋਵੈ ਗਵਾ ਦਿੰਦੇ ਹੈ। ਤਥਾ ਤੈਸੇ ਹੀ ਮੂਰਖ ਜਿਹੜਾ ਜਿਵੇਂ ਇਹ ਸਰੀਰ ਨੂੰ ਪਾਲਣ ਵਾਸਤੇ ਕੋਈ ਕਸਰ ਨਹੀਂ ਛੱਡਦਾ, ਦੇਹ ਨੂੰ ਪਾਲਣ ਵਾਸਤੇ ਖਾਣਾ ਪੀਣਾ ਨੱਚਣਾ ਟੱਪਣਾ ਲਾਉਣ ਵਾਸਤੇ ਕੋਈ ਕਸਰ ਨਹੀਂ ਛੱਡਦਾ, ਤੈਸੇ ਹੀ ਅਗਿਆਨੀ ਜੀਵ ਮੂਰਖ ਲੋਕ ਧਰਮ ਨੂੰ ਇਸ ਸੰਸਾਰ ਦੇ ਵਿੱਚ ਖੋਣ ਲੱਗਿਆਂ ਕੋਈ ਕਸਰ ਨਹੀਂ ਛੱਡਦੇ, ਵਿਅਰਥੀ ਜਗ ਵਿੱਚ ਖੋਵਿਆ ਗਵਾ ਦਿੰਦਾ ਹੈ। ਇਹ ਹਾਲਤ ਹੈ। ਇਹੋ ਜਿਹੀ ਹਾਲਤ ਹੈ। ਕੀ ਕਰਦਾ ਨਾਨਕ ਸੋ ਪ੍ਰਭ ਸਿਮਰਿਐ, ਇਸ ਦੇਹੀ ਕੋ ਪਾਲ, ਨਾਮ ਜਪ ਕੇ ਪਾਲਣਾ ਸੀ ਪਰਮੇਸ਼ਰ ਸਿਮਰ ਕੇ, ਨਾ ਇਹ ਕਿਤੇ ਕਰਦਾ, ਬਸ ਉਲਟਾ ਹੀ ਵਿਸ਼ਿਆਂ ਵਿਕਾਰਾਂ ਵਿੱਚ ਹੀ ਸਰੀਰ ਨੂੰ ਤ੍ਰਿਕ ਤ੍ਰਿਕ ਖਾਇਆ, ਤ੍ਰਿਕ ਤ੍ਰਿਕ ਸੋਇਆ, ਤ੍ਰਿਕ ਤ੍ਰਿਕ ਕਾਪੜ ਅੰਗ ਚੜ੍ਹਾਇਆ। ਇਹੋ ਜਿਹੀ ਹਾਲਤ, ਖਾਣਾ ਪੀਣਾ ਹੱਸਣਾ ਸੋਹਣਾ ਵਿਸਰ ਗਿਆ ਹੈ। ਮਰਨਾ ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਇਸ ਪ੍ਰਕਾਰ ਦਾ ਜੀਵਨ ਆਪਣਾ ਬਤੀਤ ਕਰ ਰਿਹਾ ਹੈ। ਇਹ ਮੂਰਖ ਪੁਰਸ਼ ਦੀ ਨਿਸ਼ਾਨੀ ਹੈ। ਸੋ ਇਸ ਪ੍ਰਕਾਰ ਮੂਰਖ ਦੀ ਪਰਿਭਾਸ਼ਾ 2 ਸਵਈਆਂ ਵਿੱਚ ਦੱਸੀ ਕਿ ਉਹ ਕਰਦਾ ਕੀ ਹੈ। ਇਹੋ ਜਿਹੀ ਹਾਲਤ ਹੋਈ ਪਈ। ਅੱਗੇ ਜਿਵੇਂ
ਹੋਰ ਦੱਸਣਗੇ ਉਹ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਜਿਹੜੀ ਹੈ ਇਸ ਅੱਜ ਦੀ ਕਥਾ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।